ਸਤਿ ਸ਼੍ਰੀ ਅਕਾਲ ਜੀ। ਅੱਜ ਸਾਡੇ ਘਰ ਸਵੇਰ ਤੋਂ ਹੀ ਇੰਨਾ ਝਗੜਾ ਹੋ ਰਿਹਾ ਸੀ ਕਿ ਮੇਰਾ ਸਿਰ ਦਰਦ ਨਾਲ ਫਟਿਆ ਜਾ ਰਿਹਾ ਸੀ। ਝਗੜਾ ਹੋਣ ਦੀ ਵਜ੍ਹਾ ਸਿਰਫ ਮੇਰਾ ਭਰਾ ਸੀ, ਜਿਸ ਦੀ ਮੰਗਣੀ 2 ਸਾਲ ਪਹਿਲਾਂ ਹੋ ਚੁੱਕੀ ਸੀ ਤੇ ਮੇਰੇ ਮਾਪਿਓ ਚਾਹੁੰਦੇ ਸੀ ਕਿ ਹੁਣ ਇਸ ਦਾ ਵਿਆਹ ਕੀਤਾ ਜਾਵੇ। ਪਰ ਉਹ ਵਿਆਹ ਤੋਂ ਇਨਕਾਰ ਕਰਕੇ ਗੁੱਸੇ ਨਾਲ ਘਰ ਤੋਂ ਬਾਹਰ ਨਿਕਲ ਗਿਆ ਸੀ। ਬਾਹਰ ਜਾਣ ਤੋਂ ਪਹਿਲਾਂ ਉਸਨੇ ਕਿਸੇ ਨੂੰ ਵੀ ਨਹੀਂ ਦੱਸਿਆ ਸੀ ਕਿ ਉਹ ਕਿੱਥੇ ਜਾ ਰਿਹਾ ਹੈ। ਹੁਣ ਰਾਤ ਹੋ ਚੁੱਕੀ ਸੀ। ਮਾਂ-ਬਾਪ ਵੀ ਬਹੁਤ ਪਰੇਸ਼ਾਨ ਹੋ ਰਹੇ ਸੀ ਕਿ ਆਖਰ ਉਹ ਕਿੱਥੇ ਜਾ ਸਕਦਾ ਹੈ, ਕਿਉਂਕਿ ਅੱਜ ਤੋਂ ਪਹਿਲਾਂ ਉਹ ਇੰਨੀ ਦੇਰ ਕਦੀ ਵੀ ਘਰ ਤੋਂ ਬਾਹਰ ਨਹੀਂ ਰਿਹਾ। ਇੰਨੀ ਦੇਰ ਵਿੱਚ ਦਰਵਾਜ਼ਾ ਖੜਕਿਆ। ਜਦੋਂ ਮੈਂ ਦਰਵਾਜ਼ਾ ਜਾ ਕੇ ਖੋਲ੍ਹਿਆ ਤਾਂ ਸਾਹਮਣੇ ਮੇਰਾ ਭਰਾ ਖੜਾ। ਪਾਪਾ ਨੇ ਅੰਦਰ ਤੋਂ ਆਵਾਜ਼ ਦਿੱਤੀ ਕਿ ਬੇਟੀ ਵਿਜੇ ਨੂੰ ਕਹੋ ਅੰਦਰ ਆ ਜਾਵੇ। ਜੋ ਵੀ ਨਾਰਾਜ਼ਗੀਆਂ ਨੇ ਉਹ ਆਪਾਂ ਖ਼ਤਮ ਕਰ ਲੈਂਦੇ ਹਾਂ। ਅਸੀਂ ਇਸ ਨੂੰ ਵਿਆਹ ਲਈ ਜ਼ਬਰਦਸਤੀ ਨਹੀਂ ਕਹਾਂਗੇ। ਜਦੋਂ ਮੈਂ ਦਰਵਾਜ਼ੇ ਦੇ ਦੋਵੇਂ ਪੱਲੇ ਖੋਲ੍ਹੇ ਤਾਂ ਸਾਹਮਣੇ ਇੱਕ ਲੜਕੀ ਖੜੀ ਸੀ। ਉਸ ਨੂੰ ਲੜਕੀ ਦੀ ਬਜਾਏ ਔਰਤ ਕਹਿਣਾ ਸਹੀ ਸੀ, ਕਿਉਂਕਿ ਉਹ ਕਾਫੀ ਮੋਟੀ ਤੇ ਰੰਗ ਵੀ ਉਸਦਾ ਕਾਲਾ ਸੀ। ਉਹ ਸਿਰ ਝੁਕਾ ਕੇ ਖੜੀ ਸੀ। ਇਸ ਦਾ ਮਤਲਬ ਕਿ ਉਹ ਭਰਾ ਉਸ ਨੂੰ ਵਿਆਹ ਕੇ ਲੈ ਆਇਆ ਸੀ ਜਾਂ ਫਿਰ ਹੋਰ ਕੋਈ ਗੱਲ ਸੀ। ਫਿਰ ਮੈਂ ਡਰਦੇ ਡਰਦੇ ਵੀਰ ਨੂੰ ਪੁੱਛਿਆ ਕਿ ਇਹ ਕੌਣ ਆ। ਉਹੀ ਹੋਇਆ ਜਿਸ ਦਾ ਡਰ ਸੀ, ਜਾਂ ਇਹ ਕਹਿ ਲਵੋ ਕਿ ਜਿਸ ਲਈ ਭਰਾ ਸਾਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਰਿਹਾ ਸੀ ਕਿ ਉਹ ਆਪਣੀ ਮੰਗੇਤਰ ਰੂਹੀ ਦੇ ਨਾਲ ਵਿਆਹ ਨਹੀਂ ਕਰੇਗਾ। ਤੇ ਅੱਜ ਉਸ ਸਭ ਦੀ ਵਜ੍ਹਾ ਵੀ ਸਾਹਮਣੇ ਆ ਗਈ ਸੀ। ਉਦੋਂ ਹੀ ਮੰਮੀ ਪਾਪਾ ਵੀ ਕਮਰੇ ਤੋਂ ਬਾਹਰ ਆ ਗਏ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਭਰਾ ਨੇ ਵਿਆਹ ਕਰਵਾ ਲਿਆ ਹੈ। ਉਹਨਾਂ ਨੂੰ ਦੱਸ ਕੇ ਮੈਂ ਅੰਦਰ ਚਲੀ ਗਈ। ਮੈਂ ਆਪਣਾ ਫ਼ੋਨ ਲੈਣ ਅੰਦਰ ਗਈ ਤਾਂ ਕਿ ਮੈਂ ਆਪਣੀ ਵੱਡੀ ਭੈਣ ਨੂੰ ਫ਼ੋਨ ਕਰਕੇ ਦੱਸ ਸਕਾਂ ਕਿ ਵੀਰੇ ਨੇ ਵਿਆਹ ਕਰਵਾ ਲਿਆ ਹੈ। ਇੰਨੇ ਨੂੰ ਪਾਪਾ ਬੋਲੇ ਕਿ ਬੇਟਾ, ਤੈਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ? ਜਿਸ ਨਾਲ ਤੂੰ ਵਿਆਹ ਕਰਕੇ ਆਇਆ ਹੈ ਤੇਰੀ ਮਾਂ ਦੀ ਉਮਰ ਦੀ ਹੈ। ਇਹਨੂੰ ਥੋੜ੍ਹੀ ਸ਼ਰਮ ਚਾਹੀਦੀ ਸੀ। ਪਾਪਾ ਬਹੁਤ ਗੁੱਸੇ ਵਿੱਚ ਸੀ। ਇਹਨੇ ਨੂੰ ਵੀਰਾ ਬੋਲਿਆ, ਪਾਪਾ ਮੈਨੂੰ ਮਾफ़ ਕਰ ਦਿਓ, ਮੈਂ ਇਹ ਵਿਆਹ ਮਜਬੂਰੀ ਵਿੱਚ ਕੀਤਾ ਹੈ। ਇਹ ਸੁਣ ਕੇ ਪਾਪਾ ਹੋਰ ਵੀ ਗੁੱਸੇ ਵਿੱਚ ਆ ਗਏ। ਕੀ ਮਜਬੂਰੀ ਸੀ ਤੇਰੀ? ਕੀ ਤੇਰੇ ਸਿਰ 'ਤੇ ਕਿਸੇ ਨੇ ਬੰਦੂਕ ਰੱਖ ਕੇ ਤੇਰਾ ਵਿਆਹ ਕਰਵਾਇਆ ਆ? ਵੀਰਾ ਚੁੱਪਚਾਪ ਖੜਾ ਉੱਥੇ ਇਹ ਸਭ ਸੁਣ ਰਿਹਾ ਸੀ। ਉਹ ਔਰਤ ਵੀ ਕੋਲ ਹੀ ਖੜੀ ਸਾਰੀਆਂ ਗੱਲਾਂ ਸੁਣ ਰਹੀ ਸੀ, ਪਰ ਉਹਦੇ 'ਤੇ ਕੋਈ ਵੀ ਅਸਰ ਨਹੀਂ ਸੀ। ਨਾ ਤੇ ਉਹ ਰੋ ਰਹੀ ਸੀ ਤੇ ਨਾ ਹੀ ਕੋਈ ਗੱਲ ਕਰ ਰਹੀ ਸੀ। ਪਾਪਾ ਬੋਲ ਬੋਲ ਕੇ ਥੱਕ ਗਏ ਸੀ। ਹੁਣ ਉਹ ਔਰਤ ਵੀਰੇ ਦੇ ਨਾਲ ਉਸਦੇ ਕਮਰੇ ਵਿੱਚ ਚਲੀ ਗਈ। ਮੈਂ ਤੇ ਮਾਂ ਵੀ ਆਪਣੇ ਕਮਰੇ ਵਿੱਚ ਆ ਕੇ ਬੈਠ ਗਈਆਂ। ਮੇਰਾ ਪਰੇਸ਼ਾਨੀ ਨਾਲ ਬੁਰਾ ਹਾਲ ਸੀ, ਕਿਉਂਕਿ ਹੁਣ ਮੇਰੀ ਮੰਗਣੀ ਵੀ ਖਤਰੇ ਵਿੱਚ ਪੈ ਗਈ ਸੀ, ਕਿਉਂਕਿ ਮੇਰਾ ਤੇ ਵੀਰੇ ਦੀ ਮੰਗਣੀ ਇੱਕ ਹੀ ਘਰ ਵਿੱਚ ਹੋਈ ਸੀ। ਜੇਕਰ ਮੈਂ ਵਿਆਹ ਕਰਵਾ ਕੇ ਉੱਥੇ ਹੁਣ ਚਲੀ ਵੀ ਜਾਂਦੀ ਤਾਂ ਉੱਥੇ ਮੇਰੀ ਕੋਈ ਇੱਜ਼ਤ ਨਹੀਂ ਸੀ, ਕਿਉਂਕਿ ਵੀਰੇ ਦੀ ਇਸ ਹਰਕਤ ਨੇ ਮੇਰਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਸੀ। ਮੇਰਾ ਰੋ ਰੋ ਕੇ ਬੁਰਾ ਹਾਲ ਸੀ। ਮੈਂ ਸੋਚਿਆ ਕਿ ਮੈਂ ਆਪਣੇ ਮੰਗੇਤਰ ਰਾਜੇਸ਼ ਨਾਲ ਗੱਲ ਕਰੂੰਗੀ। ਮੇਰੀ ਰਾਜੇਸ਼ ਨਾਲ ਹਰ ਰੋਜ਼ ਗੱਲ ਹੋ ਜਾਂਦੀ ਸੀ, ਪਰ ਉਹ ਆਪਣੀ ਭੈਣ ਨਾਲ ਬਹੁਤ ਪਿਆਰ ਕਰਦਾ ਸੀ। ਜੇਕਰ ਉਹਨੂੰ ਇਹ ਗੱਲ ਪਤਾ ਲੱਗ ਜਾਂਦੀ ਤੇ ਯਕੀਨਨ ਉਹਨੇ ਆਪਣਾ ਰਿਸ਼ਤਾ ਮੇਰੇ ਨਾਲੋਂ ਖ਼ਤਮ ਕਰ ਹੀ ਲੈਣਾ ਸੀ। ਇਹੀ ਸੋਚਦੇ ਸੋਚਦੇ ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਮੈਂ ਮੰਮੀ ਦੇ ਕਮਰੇ 'ਚ ਉੱਠ ਕੇ ਆਪਣੇ ਕਮਰੇ ਵਿੱਚ ਆ ਗਈ ਤੇ ਆਪਣੇ ਆਪ ਨੂੰ ਤਸੱਲੀਆਂ ਦੇਣ ਲੱਗੀ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਊਗਾ। ਤਕਰੀਬਨ ਰਾਤ ਦੇ 2 ਵਜੇ ਸੀ। ਮੈਨੂੰ ਭਰਾ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਆਈ। ਮੈਂ ਅਕਸਰ ਰਾਤ ਨੂੰ ਜਾਗਦੀ ਰਹਿੰਦੀ ਸੀ। ਮੈਨੂੰ ਹਰ ਹਰਕਤ ਉਸੇ ਟਾਈਮ ਪਤਾ ਲੱਗ ਜਾਂਦੀ ਸੀ। ਜਦੋਂ ਮੈਂ ਖਿੜਕੀ ਵਿੱਚ ਦੀ ਬਾਹਰ ਵੇਖਿਆ ਤਾਂ ਭਰਾ ਤੇ ਭਰਜਾਈ ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਛੁਪ ਕੇ ਬਾਹਰ ਦਰਵਾਜ਼ੇ ਵੱਲ ਜਾ ਰਹੇ ਸੀ। ਮੈਂ ਇਹ ਸੋਚ ਰਹੀ ਸੀ ਕਿ ਅਗਰ ਇਹਨਾਂ ਨੇ ਵਿਆਹ ਕਰਵਾ ਹੀ ਲਿਆ ਹੈ ਤਾਂ ਇਹਨਾਂ ਨੂੰ ਲੁਕ ਕੇ ਘਰੋਂ ਭੱਜਣ ਦੀ ਕੀ ਜ਼ਰੂਰਤ ਆ। ਮੈਂ ਇਹੀ ਸੋਚ ਰਹੀ ਸੀ ਕਿ ਉਹ ਦੋਵੇਂ ਦਰਵਾਜ਼ਾ ਖੋਲ੍ਹ ਕੇ ਬਾਹਰ ਚਲੇ ਗਏ ਤੇ ਦਰਵਾਜ਼ਾ ਖੁੱਲ੍ਹਾ ਛੱਡ ਗਏ। ਮੈਂ ਸੋਚਿਆ ਇਹ ਦੋਵੇਂ ਤਾਂ ਚਲੇ ਗਏ ਨੇ। ਜੇ ਦਰਵਾਜ਼ਾ ਖੁੱਲ੍ਹਾ ਰਿਹਾ ਤਾਂ ਕੋਈ ਚੋਰ ਵੀ ਸਾਡੇ ਘਰ ਆ ਸਕਦਾ ਹੈ ਤੇ ਫਿਰ ਸਾਡੇ ਘਰ ਦਾ ਕੀ ਬਣੂਗਾ। ਇਹ ਸੋਚ ਕੇ ਮੈਂ ਬਾਹਰ ਆਈ ਤੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਸੋਚਿਆ ਕਿ ਜਦੋਂ ਭਰਾ ਭਰਜਾਈ ਵਾਪਸ ਆਉਣਗੇ ਤੇ ਦਰਵਾਜ਼ਾ ਖੜਕਾ ਦੇਣਗੇ ਤੇ ਮੈਂ ਖੁਦ ਉੱਠ ਕੇ ਦਰਵਾਜ਼ਾ ਖੋਲ੍ਹ ਦੇਵਾਂਗੀ। ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੇਰੀਆਂ ਅੱਖਾਂ ਦਰਵਾਜ਼ੇ 'ਤੇ ਹੀ ਟਿਕੀਆਂ ਹੋਈਆਂ ਸੀ। ਅਜੇ ਥੋੜ੍ਹਾ ਹੀ ਟਾਈਮ ਹੋਇਆ ਸੀ ਕਿ ਦਰਵਾਜ਼ੇ 'ਤੇ ਦਸਤਕ ਹੋਣੀ ਸ਼ੁਰੂ ਹੋ ਗਈ। ਮੈਨੂੰ ਲੱਗਿਆ ਕਿ ਵੀਰਾ ਤੇ ਭਾਬੀ ਵਾਪਸ ਆ ਗਏ ਨੇ। ਇੰਨੇ ਨੂੰ ਦਰਵਾਜ਼ੇ 'ਤੇ ਦਸਤਕ ਤੇਜ਼ ਨਾਲ ਸ਼ੁਰੂ ਹੋ ਗਈ। ਮੈਂ ਪਛਤਾ ਰਹੀ ਸੀ ਕਿ ਮੈਂ ਦਰਵਾਜ਼ਾ ਕਿਉਂ ਬੰਦ ਕਰਕੇ ਆਈ। ਮੈਨੂੰ ਯਕੀਨ ਸੀ ਕਿ ਬਾਹਰ ਵੀਰਾ ਤੇ ਭਾਬੀ ਹੀ ਹੋਣਗੇ, ਪਰ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਇੱਕ ਆਦਮੀ ਖੜਾ ਸੀ ਜੋ ਬਹੁਤ ਹੀ ਡਰਾਵਣਾ ਦਿਖ ਰਿਹਾ ਸੀ। ਮੈਂ ਉਸ ਨੂੰ ਡਰਦੇ ਹੋਏ ਪੁੱਛਿਆ ਕਿ ਤੁਸੀਂ ਕੌਣ ਹੋ? ਮੈਂ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਹੀ ਕਰ ਰਹੀ ਸੀ ਕਿ ਉਸਨੇ ਦਰਵਾਜ਼ੇ 'ਤੇ ਹੱਥ ਰੱਖ ਕੇ ਦਰਵਾਜ਼ੇ ਨੂੰ ਬੰਦ ਹੋਣ ਤੋਂ ਰੋਕ ਲਿਆ ਤੇ ਉੱਚੀ ਸਾਰੀ ਬੋਲਣ ਲੱਗਾ ਕਿ ਕਿੱਥੇ ਹੈ ਭਰਾ ਤੇਰਾ? ਉਹ ਮੇਰੀ ਭੈਣ ਨੂੰ ਭਜਾ ਕੇ ਲੈ ਆਇਆ ਹੈ। ਮੈਂ ਉਸ ਨੂੰ ਨਹੀਂ ਛੱਡਾਂਗਾ। ਮੈਂ ਉਸ ਨੂੰ ਕਿਹਾ ਕਿ ਮੇਰਾ ਵੀਰਾ ਘਰ ਨਹੀਂ ਹੈ
ਤਾਂ ਮੈਂ ਭੱਜ ਕੇ ਅੰਦਰ ਆਉਣ ਲੱਗੀ ਤਾਂ ਉਹ ਵੀ ਮੇਰੇ ਪਿੱਛੇ ਹੀ ਆ ਗਿਆ ਤੇ ਮੇਰੀ ਬਾਂਹ ਫੜ ਕੇ ਮੈਨੂੰ ਘੜੀਸਦਾ ਹੋਇਆ ਬਾਹਰ ਵੱਲ ਨੂੰ ਲੈ ਕੇ ਜਾਣ ਲੱਗਾ। ਮੈਂ ਉੱਚੀ ਉੱਚੀ ਚੀਕਣ ਲੱਗ ਗਈ ਕਿ ਪਾਪਾ ਮੈਨੂੰ ਬਚਾਓ, ਘਰ ਵਿੱਚ ਚੋਰ ਆ ਗਿਆ ਆ। ਜਦੋਂ ਮੈਂ ਰੌਲਾ ਪਾ ਰਹੀ ਸੀ ਤਾਂ ਉਸਨੇ ਮੇਰੇ ਮੂੰਹ ਤੇ ਅੱਗੇ ਹੱਥ ਰੱਖ ਦਿੱਤਾ ਤੇ ਮੈਨੂੰ ਘੜੀਸਦਾ ਹੋਇਆ ਬਾਹਰ ਲੈ ਗਿਆ ਤੇ ਬਾਹਰ ਉਸਦੀ ਇੱਕ ਕਾਲੇ ਰੰਗ ਦੀ ਗੱਡੀ ਖੜੀ ਹੋਈ ਸੀ। ਉਸਨੇ ਮੈਨੂੰ ਗੱਡੀ ਵਿੱਚ ਬਿਠਾਇਆ ਤੇ ਕਿਤੇ ਦੂਰ ਲੈ ਗਿਆ। ਮੈਂ ਚੀਕਦੀ ਚਲਾਉਂਦੀ ਰਹੀ ਤੇ ਆਪਣੇ ਆਪ ਨੂੰ ਕੋਸਦੀ ਰਹੀ ਕਿ ਮੈਨੂੰ ਕੀ ਜ਼ਰੂਰਤ ਸੀ ਦਰਵਾਜ਼ਾ ਖੋਲ੍ਹਣ ਦੀ। ਮੰਮੀ ਪਾਪਾ ਤੇ ਇਹੀ ਸੋਚਦੇ ਹੋਣਗੇ ਕਿ ਮੈਂ ਇਸ ਟਾਈਮ ਇੰਨੀ ਰਾਤ ਨੂੰ ਬਾਹਰ ਕੀ ਕਰ ਰਹੀ ਸੀ। ਮੈਂ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਸੀ। ਤਕਰੀਬਨ 1 ਘੰਟੇ ਬਾਅਦ ਉਸ ਆਦਮੀ ਨੇ ਇੱਕ ਦੁਕਾਨ ਦੇ ਅੱਗੇ ਗੱਡੀ ਖੜੀ ਕੀਤੀ ਤੇ ਉੱਥੋਂ ਪਾਣੀ ਦੀ ਬੋਤਲ ਲੈ ਕੇ ਆਇਆ ਤੇ ਉਸਨੇ ਪਾਣੀ ਲਿਆ ਕੇ ਮੈਨੂੰ ਦਿੱਤਾ। ਮੈਂ ਉਸਨੂੰ ਪੁੱਛਿਆ ਕਿ ਤੁਸੀਂ ਕੌਣ ਹੋ, ਰੱਬ ਦੇ ਵਾਸਤੇ ਮੈਨੂੰ ਛੱਡ ਦੇਵੋ, ਮੇਰੇ ਮੰਮੀ ਪਾਪਾ ਮੈਨੂੰ ਉਡੀਕਦੇ ਹੋਣਗੇ। ਮੈਂ ਦੁਬਾਰਾ ਘਰ ਨਹੀਂ ਜਾ ਪਾਊਂਗੀ। ਅਗਰ ਇੱਕ ਵਾਰ ਕੋਈ ਲੜਕੀ ਘਰੋਂ ਬਾਹਰ ਆ ਜਾਵੇ ਤਾਂ ਉਸ ਦੀ ਇੱਜ਼ਤ ਨਿਲਾਮ ਹੋ ਜਾਂਦੀ ਆ। ਮੇਰੀ ਇਹ ਗੱਲ ਸੁਣ ਕੇ ਉਹ ਸੋਚਣ ਲੱਗਾ, ਕਹਿਣ ਲੱਗਾ ਕਿ ਕੀ ਲੱਗਦਾ ਹੈ ਤੇਰੀ ਇੱਜ਼ਤ ਨਿਲਾਮ ਹੋ ਗਈ ਹੈ ਤੇ ਮੇਰੀ ਭੈਣ ਦੀ ਇੱਜ਼ਤ ਬਚ ਗਈ ਹੈ। ਮੈਂ ਉਸਨੂੰ ਕਿਹਾ ਕਿ ਮੇਰਾ ਭਰਾ ਉਸਨੂੰ ਵਿਆਹ ਕੇ ਲੈ ਕੇ ਗਿਆ ਹੈ ਤੇ ਉਸ ਨਾਲ ਆਪਣਾ ਘਰ ਵਸਾਉਣਾ ਚਾਹੁੰਦਾ ਹੈ। ਉਸਨੇ ਉਸਦੀ ਇੱਜ਼ਤ ਨਹੀਂ ਲੁੱਟੀ। ਮੇਰੀ ਇਹ ਗੱਲ ਸੁਣ ਕੇ ਉਹ ਉੱਚੀ ਦੇਣੀ ਚੀਕਣ ਲੱਗਾ ਤੇ ਕਹਿਣ ਲੱਗਾ, ਠੀਕ ਆ, ਮੈਂ ਵੀ ਤੇਰੇ ਨਾਲ ਵਿਆਹ ਕਰਵਾ ਲੈਣਾ ਆ। ਇਸ ਤਰ੍ਹਾਂ ਤੇਰੀ ਵੀ ਇੱਜ਼ਤ ਮਹਿਫੂਜ਼ ਰਹੂਗੀ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਰਾਜੇਸ਼ ਦੀ ਯਾਦ ਆਉਣ ਲੱਗੀ ਸੀ। ਮੈਂ ਉਸ ਨੂੰ ਕਿਹਾ, ਨਹੀਂ, ਮੇਰੀ ਮੰਗਣੀ ਹੋ ਚੁੱਕੀ ਹੈ, ਤੂੰ ਇਸ ਤਰ੍ਹਾਂ ਨਹੀਂ ਕਰ ਸਕਦਾ। ਮੈਨੂੰ ਘਰ ਛੱਡ ਆ ਤੇ ਆਪਣੀ ਭੈਣ ਨੂੰ ਵਾਪਸ ਲੈ ਆ। ਤਾਂ ਉਹ ਕਹਿਣ ਲੱਗਾ ਕਿ ਮੈਂ ਆਪਣੀ ਭੈਣ ਨੂੰ ਵਾਪਸ ਲਿਆ ਕੇ ਕੀ ਕਰੂੰਗਾ, ਉਹਨੇ ਸਾਡੀ ਇੱਜ਼ਤ ਦਾ ਜਨਾਜ਼ਾ ਕੱਢ ਦਿੱਤਾ ਆ। ਤਾਂ ਮੈਂ ਉਸ ਨੂੰ ਕਿਹਾ ਕਿ ਇਸ ਵਿੱਚ ਮੇਰਾ ਕੀ ਕਸੂਰ ਹੈ, ਤੇਰੀ ਭੈਣ ਖੁਦ ਘਰੋਂ ਭੱਜ ਕੇ ਗਈ ਹੈ ਤੇ ਮੈਨੂੰ ਤੂੰ ਘਰ ਤੋਂ ਚੁੱਕ ਕੇ ਲੈ ਕੇ ਆਇਆ ਹੈ। ਮੇਰੀਆਂ ਗੱਲਾਂ ਦਾ ਉਸ ਉੱਤੇ ਕੋਈ ਵੀ ਅਸਰ ਨਹੀਂ ਸੀ ਹੋ ਰਿਹਾ। ਮੈਨੂੰ ਉਹ ਇੱਕ ਵੀਰਾਨ ਜੇ ਘਰ ਵਿੱਚ ਲੈ ਗਿਆ। ਮੈਨੂੰ ਉਸਨੇ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਖੁਦ ਫੋਨ 'ਤੇ ਨੰਬਰ ਮਿਲਾਉਣ ਲੱਗਾ। ਸ਼ਾਇਦ ਉਹ ਮੇਰੇ ਭਰਾ ਨੂੰ ਫੋਨ ਮਿਲਾ ਰਿਹਾ ਸੀ। ਖੁਸ਼ਕਿਸਮਤੀ ਨਾਲ ਮੇਰੇ ਭਰਾ ਨੇ ਪਹਿਲੀ ਹੀ ਵਾਰ ਵਿੱਚ ਫੋਨ ਚੁੱਕ ਲਿਆ ਤੇ ਉਸ ਨੇ ਇਸ਼ਾਰੇ ਨਾਲ ਮੈਨੂੰ ਗੱਲ ਕਰਨ ਲਈ ਕਿਹਾ ਤੇ ਮੈਂ ਉੱਚੀ ਦੇਣੇ ਚੀਕਣ ਲੱਗ ਪਈ, ਵੀਰੇ ਮੈਨੂੰ ਇੱਥੋਂ ਲੈ ਜਾ, ਇਹ ਆਦਮੀ ਮੈਨੂੰ ਘਰੋਂ ਚੁੱਕ ਕੇ ਲੈ ਆਇਆ ਆ, ਮੈਨੂੰ ਇਹ ਅਗਵਾ ਕਰ ਲਿਆ ਆ, ਤੂੰ ਕਿੱਥੇ ਚਲਾ ਗਿਆ ਆ, ਮੈਨੂੰ ਬਚਾ ਲੈ। ਇਹ ਸੁਣ ਕੇ ਵੀਰੇ ਦੇ ਪਸੀਨੇ ਛੁੱਟ ਗਏ ਸੀ। ਉਹ ਕਹਿਣ ਲੱਗਾ, ਅੰਜਲੀ ਤੂੰ ਕਿੱਥੇ ਆ, ਮੈਨੂੰ ਪਤਾ ਦੱਸ। ਮੈਂ ਵੀਰੇ ਨੂੰ ਕਿਹਾ, ਮੈਨੂੰ ਨਹੀਂ ਪਤਾ ਇਹ ਮੈਨੂੰ ਕਿੱਥੇ ਲੈ ਕੇ ਆਇਆ ਹੈ, ਮੈਂ ਇਹਦੇ ਘਰ ਵਿੱਚ ਹਾਂ। ਉਸ ਆਦਮੀ ਨੇ ਮੇਰੇ ਹੱਥੋਂ ਫੋਨ ਖੋਹ ਲਿਆ ਤੇ ਮੇਰੇ ਵੀਰ ਨੂੰ ਕਹਿਣ ਲੱਗਾ ਕਿ ਜੇਕਰ ਤੂੰ ਆਪਣੀ ਭੈਣ ਨੂੰ ਸਹੀ ਸਲਾਮਤ ਚਾਹੁੰਦਾ ਹੈ ਤਾਂ ਮੇਰੀ ਭੈਣ ਨੂੰ ਮੇਰੇ ਘਰ ਵਾਪਸ ਛੱਡ ਕੇ ਜਾ, ਨਹੀਂ ਤੇ ਮੈਂ ਤੇਰੀ ਭੈਣ ਦਾ ਬੁਰਾ ਹਸ਼ਰ ਕਰ ਦੇਵਾਂਗਾ। ਇਹ ਸੁਣ ਕੇ ਮੇਰੇ ਵੀਰੇ ਨੇ ਕਿਹਾ ਕਿ ਠੀਕ ਹੈ, ਮੈਂ ਅੱਧੇ ਘੰਟੇ ਵਿੱਚ ਹੀ ਇੱਥੇ ਪਹੁੰਚਦਾ ਹਾਂ, ਤੂੰ ਮੇਰੀ ਭੈਣ ਨੂੰ ਕੁਝ ਨਹੀਂ ਕਰੇਗਾ। ਮੈਂ ਇਹ ਸੋਚ ਰਹੀ ਸੀ ਕਿ ਨਾ ਜਾਣੇ ਹੁਣ ਵੀਰਾ ਕੀ ਕਰੂਗਾ, ਆਪਣੀ ਘਰਵਾਲੀ ਨੂੰ ਛੱਡੂਗਾ ਕਿ ਮੈਨੂੰ ਬਚਾਊਗਾ ਜਾਂ ਮੇਰੇ ਤੇ ਕੋਈ ਇਲਜ਼ਾਮ ਲਗਾਊਗਾ। ਉਹ ਆਦਮੀ ਕਮਰੇ ਵਿੱਚੋਂ ਬਾਹਰ ਚਲਾ ਗਿਆ ਤੇ ਥੋੜ੍ਹੀ ਦੇਰ ਬਾਅਦ ਫਿਰ ਵਾਪਸ ਕਮਰੇ ਵਿੱਚ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਉੱਠ, ਤੇਰਾ ਭਰਾ ਬਾਹਰ ਆਇਆ ਆ ਤੇ ਉਸ ਨਾਲ ਗੱਲ ਕਰ। ਅਗਰ ਉਸਨੇ ਕੋਈ ਚਲਾਕੀ ਕੀਤੀ ਤਾਂ ਮੈਂ ਤੈਨੂੰ ਨਹੀਂ ਛੱਡੂੰਗਾ। ਜੇ ਇੱਕ ਵਾਰ ਮੈਂ ਤੈਨੂੰ ਘਰੋਂ ਚੁੱਕ ਕੇ ਲਿਆ ਸਕਦਾ ਹਾਂ ਤਾਂ ਦੂਸਰੀ ਵਾਰ ਵੀ ਮੈਂ ਲਿਆ ਸਕਦਾ ਹਾਂ। ਮੈਂ ਰੋਂਦੀ ਹੋਈ ਬਾਹਰ ਆਈ ਜਦੋਂ ਕਿ ਮੇਰਾ ਵੀਰਾ ਡਰਾਇੰਗ ਰੂਮ ਵਿੱਚ ਬੈਠਾ ਸੀ। ਉਹ ਬਹੁਤ ਪਰੇਸ਼ਾਨ ਸੀ ਤੇ ਮੈਨੂੰ ਕਹਿਣ ਲੱਗਾ ਕਿ ਤੂੰ ਇਸ ਆਦਮੀ ਨੂੰ ਕਿਸ ਤਰ੍ਹਾਂ ਜਾਣਦੀ ਆ। ਨਹੀਂ ਵੀਰੇ, ਮੈਂ ਇਸ ਆਦਮੀ ਨੂੰ ਨਹੀਂ ਜਾਣਦੀ, ਇਹ ਤੇਰੇ ਘਰਵਾਲੀ ਦਾ ਭਰਾ ਆ ਤੇ ਇਸ ਨੂੰ ਇਸ ਗੱਲ ਦਾ ਗੁੱਸਾ ਆ ਕਿ ਤੂੰ ਇਸ ਦੀ ਭੈਣ ਨੂੰ ਕਿਉਂ ਲੈ ਕੇ ਗਿਆ। ਅਗਰ ਤੂੰ ਆਪਣੀ ਘਰਵਾਲੀ ਨੂੰ ਇਸ ਦੇ ਹਵਾਲੇ ਨਹੀਂ ਕਰਦਾ ਤਾਂ ਇਹ ਮੈਨੂੰ ਇੱਥੋਂ ਨਹੀਂ ਜਾਣ ਦਊਗਾ। ਤਾਂ ਮੇਰੇ ਵੀਰੇ ਨੇ ਕਿਹਾ, ਉਸ ਆਦਮੀ ਨੂੰ ਕਿਹਾ ਕਿ ਠੀਕ ਹੈ, ਤੂੰ ਮੇਰੇ ਨਾਲ ਚੱਲ ਤੇ ਆਪਣੀ ਭੈਣ ਨੂੰ ਮੇਰੇ ਘਰੋਂ ਵਾਪਸ ਲੈ ਆ। ਮੈਂ ਆਪਣੀ ਘਰਵਾਲੀ ਨੂੰ ਇਸ ਟਾਈਮ ਇੱਥੇ ਨਹੀਂ ਲੈ ਕੇ ਆਉਣਾ ਚਾਹੁੰਦਾ ਸੀ ਕਿਉਂਕਿ ਰਾਤ ਬਹੁਤ ਹੋ ਚੁੱਕੀ ਸੀ। ਮੈਨੂੰ ਉਸ ਦੀ ਇੱਜ਼ਤ ਦਾ ਖਿਆਲ ਹੈ। ਮੈਂ ਤੇਰੀ ਤਰ੍ਹਾਂ ਨਹੀਂ ਕਿ ਕਿਸੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਇਸ ਤਰ੍ਹਾਂ ਨਿਲਾਮ ਕਰਦਾ ਫਿਰਾਂ। ਮੇਰੀ ਭੈਣ ਨੂੰ ਮੇਰੇ ਹਵਾਲੇ ਕਰ ਦੇ ਤੇ ਤੂੰ ਆਪਣੀ ਭੈਣ ਨੂੰ ਵਾਪਸ ਲੈ ਆ। ਮੈਂ ਤੇ ਉਸ ਨਾਲ ਤਰਸ ਖਾ ਕੇ ਵਿਆਹ ਕੀਤਾ ਸੀ, ਪਰ ਤੂੰ ਤਾਂ ਬਹੁਤ ਹੀ ਕੰਮ ਦਿਲਾ ਨਿਕਲਿਆ। ਤੇਰੀ ਵਿਧਵਾ ਭੈਣ ਨਾਲ ਕੋਈ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਤਾਂ ਮੈਂ ਉਸ ਨਾਲ ਵਿਆਹ ਕਰ ਲਿਆ, ਪਰ ਤੂੰ ਤੇ ਮੇਰੇ ਘਰ 'ਤੇ ਹੀ ਡਾਕਾ ਮਾਰ ਦਿੱਤਾ। ਵੀਰਾ ਗੁੱਸੇ ਨਾਲ ਗੱਲ ਕਰ ਰਿਹਾ ਸੀ, ਪਰ ਮੈਂ ਜਾਣਦੀ ਸੀ ਕਿ ਉਹ ਲੜਕੀ ਬਿਨਾਂ ਵਜ੍ਹਾ ਮੇਰੇ ਭਰਾ ਨਾਲ ਵਿਆਹ ਕਰਕੇ ਤੇ ਨਹੀਂ ਆਈ ਹੋਊਗੀ। ਜ਼ਰੂਰ ਉਸ ਦਾ ਕੋਈ ਮਤਲਬ ਹੋਊਗਾ, ਮਕਸਦ ਹੋਊਗਾ। ਵੀਰੇ ਦੀ ਗੱਲ ਸੁਣ ਕੇ ਉਹ ਆਦਮੀ ਮੰਨ ਗਿਆ ਤੇ ਉਸਨੇ ਮੈਨੂੰ ਗੱਡੀ ਵਿੱਚ ਬਿਠਾਇਆ ਤੇ ਵੀਰੇ ਨੂੰ ਵੀ ਗੱਡੀ ਵਿੱਚ ਬਿਠਾ ਲਿਆ ਤੇ ਸਾਡੇ ਘਰ ਵੱਲ ਨੂੰ ਤੁਰ ਪਿਆ। ਮੈਨੂੰ ਹੈਰਾਨੀ ਹੋ ਰਹੀ ਸੀ ਕਿ ਉਹ ਸਾਡੇ ਘਰ ਨੂੰ ਕਿਵੇਂ ਜਾਣਦਾ ਸੀ। ਉਸਨੇ ਸਾਡੇ ਘਰ ਦੇ ਅੱਗੇ ਜਾ ਕੇ ਗੱਡੀ ਖੜਾ ਦਿੱਤੀ ਤੇ ਅਸੀਂ ਗੱਡੀ ਵਿੱਚੋਂ ਉਤਰ ਗਏ। ਵੀਰੇ ਨੇ ਉਸ ਆਦਮੀ ਨੂੰ ਗੱਡੀ ਵਿੱਚ ਉਤਰਨ ਵਾਸਤੇ ਕਿਹਾ, ਪਰ ਉਹ ਆਦਮੀ ਸਾਡੇ 'ਤੇ ਭਰੋਸਾ ਨਹੀਂ ਕਰ ਰਿਹਾ ਸੀ ਤੇ ਗੱਡੀ ਵਿੱਚੋਂ ਨਹੀਂ ਉਤਰ ਰਿਹਾ ਸੀ। ਮੇਰੇ ਵੀਰੇ ਨੇ ਕਿਹਾ
ਕਿ ਚਲੋ ਆਓ, ਤੇਰੀ ਭੈਣ ਅੰਦਰ ਕਮਰੇ ਵਿੱਚ ਆ। ਤਾਂ ਉਹ ਆਦਮੀ ਉੱਚੀ ਦੇਣੇ ਚਲਾਉਣ ਲੱਗਾ ਕਿ ਤੂੰ ਮੈਨੂੰ ਬੇਵਕੂਫ ਸਮਝਿਆ ਹੈ? ਮੇਰੀ ਭੈਣ ਕਿੱਥੇ ਛੁਪਾ ਰੱਖੀ ਆ ਤੂੰ? ਜੇਕਰ ਤੂੰ ਮੇਰੀ ਭੈਣ ਨੂੰ ਵਾਪਸ ਨਹੀਂ ਕਰੇਗਾ ਤਾਂ ਮੈਂ ਤੇਰੀ ਭੈਣ ਦਾ ਹਸ਼ਰ ਬੁਰਾ ਕਰ ਦੇਵਾਂਗਾ। ਉਹ ਆਦਮੀ ਬਹੁਤ ਗੁੱਸੇ ਵਿੱਚ ਸੀ। ਇੰਨੇ ਨੂੰ ਉੱਥੇ ਪੁਲਿਸ ਦੀਆਂ ਗੱਡੀਆਂ ਆ ਗਈਆਂ। ਸ਼ਾਇਦ ਵੀਰੇ ਨੇ ਪੁਲਿਸ ਨੂੰ ਪਹਿਲਾਂ ਹੀ ਇਤਲਾਹ ਦੇ ਦਿੱਤੀ ਹੋਵੇਗੀ। ਫਿਰ ਜੋ ਵੀਰੇ ਨੇ ਅਨੋਖੀ ਗੱਲ ਕੀਤੀ ਉਹ ਵੇਖ ਕੇ ਤਾਂ ਮੈਂ ਹੈਰਾਨ ਰਹਿ ਗਈ ਕਿ ਵੀਰੇ ਨੇ ਆਪਣੀ ਘਰਵਾਲੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਉਸ ਆਦਮੀ ਨੂੰ ਵੀ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹਨਾਂ ਦੋਵਾਂ ਨੂੰ ਪੁਲਿਸ ਫੜ ਕੇ ਲੈ ਗਈ ਤੇ ਜਾਂਦੇ ਜਾਂਦੇ ਮੇਰੀ ਨਜ਼ਰ ਭਾਬੀ 'ਤੇ ਪਈ। ਮੈਂ ਉਸ ਨੂੰ ਵੇਖ ਕੇ ਬਹੁਤ ਹੈਰਾਨ ਰਹਿ ਗਈ ਕਿ ਹੁਣ ਤੇ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ। ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇੱਕ ਰਾਤ ਵਿੱਚ ਕੋਈ ਇੰਨਾ ਕਿਵੇਂ ਬਦਲ ਸਕਦਾ ਹੈ। ਇਹ ਸਾਰਾ ਤਮਾਸ਼ਾ ਵੇਖ ਕੇ ਮੇਰੇ ਮਾਂ ਪਾਪਾ ਤੇ ਮੁਹੱਲੇ ਵਾਲੇ ਸਾਰੇ ਇਕੱਠੇ ਹੋ ਗਏ। ਹੁਣ ਪੁਲਿਸ ਉਹਨਾਂ ਨੂੰ ਫੜ ਕੇ ਲੈ ਜਾ ਚੁੱਕੀ ਸੀ ਤੇ ਮੇਰਾ ਵੀਰਾ ਅੰਦਰ ਆਇਆ। ਮੈਂ ਉਸ ਨੂੰ ਵਾਰ-ਵਾਰ ਪੁੱਛ ਰਹੀ ਸੀ ਕਿ ਆਖਰ ਉਸਨੇ ਆਪਣੀ ਘਰਵਾਲੀ ਨੂੰ ਪੁਲਿਸ ਦੇ ਹਵਾਲੇ ਕਿਉਂ ਕੀਤਾ, ਪਰ ਉਹ ਮੇਰੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਰਿਹਾ ਸੀ। ਜਦੋਂ ਅਸੀਂ ਘਰ ਦੇ ਅੰਦਰ ਆਏ ਤਾਂ ਵੀਰੇ ਨੇ ਮੈਨੂੰ ਕਿਹਾ, ਤੂੰ ਜਲਦੀ ਟਾਰਚ ਲੈ ਕੇ ਛੱਤ 'ਤੇ ਆ ਜਾ। ਤੇ ਮੈਂ ਟਾਰਚ ਲੈ ਕੇ ਜਲਦੀ ਆਪਣੇ ਵੀਰੇ ਦੇ ਪਿੱਛੇ ਚਲੀ ਗਈ। ਜਦੋਂ ਮੈਂ ਟਾਰਚ ਲੈ ਕੇ ਉੱਪਰ ਗਈ ਤਾਂ ਵੀਰਾ ਟੈਂਕੀ ਦੇ ਵਿੱਚ ਕੁਝ ਲੱਭ ਰਿਹਾ ਸੀ। ਫਿਰ ਵੀਰਾ ਛੱਤ ਤੋਂ ਨੀਚੇ ਆ ਗਿਆ ਤੇ ਥੱਲੇ ਆ ਕੇ ਉਹ ਹਰ ਜਗ੍ਹਾ ਕੁਝ ਲੱਭ ਰਿਹਾ ਸੀ। ਕੀ ਵੇਖ ਰਿਹਾ ਹੈ ਵੀਰੇ? ਕੁਛ ਤੇ ਦੱਸ, ਤੈਨੂੰ ਕਿਸ ਗੱਲ ਦੀ ਪਰੇਸ਼ਾਨੀ ਆ? 3 ਘੰਟੇ ਪਹਿਲਾਂ ਹੀ ਤੂੰ ਉਸ ਨੂੰ ਵਿਆਹ ਕੇ ਲੈ ਕੇ ਆਇਆ ਸੀ ਤੇ ਹੁਣ ਉਸ ਨੂੰ ਤੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਤੂੰ ਕਿਹੋ ਜਿਹਾ ਪਤੀ ਹੈ? ਮੈਂ ਉਸ ਉੱਤੇ ਚੀਕਦੀ ਚਲਾਉਂਦੀ ਰਹੀ ਤਾਂ ਉੱਚੀ ਦੇਣੇ ਬੋਲਿਆ ਕਿ ਜਿਸ ਗੱਲ ਦਾ ਪਤਾ ਨਾ ਹੋਵੇ ਉਸ ਵਿੱਚ ਬੋਲਿਆ ਨਾ ਕਰ। ਹੁਣ ਇੱਥੋਂ ਜਾ ਕੇ ਸੌਂ ਜਾ, ਸਵੇਰੇ ਗੱਲ ਕਰਾਂਗੇ ਇਸ ਬਾਰੇ। ਮੰਮੀ ਪਾਪਾ ਤਾਂ ਪਹਿਲਾਂ ਹੀ ਵੀਰੇ ਨਾਲ ਨਾਰਾਜ਼ ਸੀ। ਨਾ ਹੀ ਉਹ ਪੁਲਿਸ ਵਾਲੇ ਤਮਾਸ਼ੇ ਵਿੱਚ ਕੁਝ ਬੋਲੇ ਤੇ ਨਾ ਹੀ ਬਾਅਦ ਵਿੱਚ ਉਹਨਾਂ ਨੇ ਕੁਝ ਮੇਰੇ ਕੋਲੋਂ ਪੁੱਛਿਆ। ਵੀਰੇ ਨੇ ਇੱਕ ਵਾਰ ਪਹਿਲਾਂ ਹੀ ਉਹਨਾਂ ਦਾ ਯਕੀਨ ਤੋੜ ਦਿੱਤਾ ਸੀ ਤੇ ਹੁਣ ਜੇਕਰ ਉਹ ਕੁਝ ਪੁੱਛਦੇ ਵੀ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਮਾਯੂਸੀ ਸੀ ਸਾਫ਼ ਨਜ਼ਰ ਆ ਰਹੀ ਸੀ। ਮੈਂ ਵੀਰੇ ਨੂੰ ਬਹੁਤ ਵਾਰ ਮਨਾ ਕੀਤਾ ਕਿ ਮੰਮੀ ਪਾਪਾ ਦਾ ਦਿਲ ਦਿਖਾਉਣਾ ਚੰਗੀ ਗੱਲ ਨਹੀਂ ਆ, ਪਰ ਵੀਰੇ ਨੇ ਮੇਰੀ ਇੱਕ ਨਾ ਸੁਣੀ। ਉਸਨੇ ਮੰਮੀ ਪਾਪਾ ਕੋਲੋਂ ਮਾफ़ੀ ਵੀ ਨਹੀਂ ਮੰਗੀ, ਆਪਣੇ ਕਮਰੇ ਵਿੱਚ ਚਲਾ ਗਿਆ। ਸਵੇਰ ਹੋਈ ਤਾਂ ਮੰਮੀ ਪਾਪਾ ਨੇ ਉਸ ਨੂੰ ਪੁੱਛਿਆ ਕਿ ਕੀ ਹੋਇਆ ਸੀ ਰਾਤ, ਪੁਲਿਸ ਕਿਉਂ ਆਈ ਸੀ? ਅਸੀਂ ਮੁਹੱਲੇ ਵਿੱਚ ਕੀ ਜਵਾਬ ਦੇਵਾਂਗੇ? ਮੈਂ ਕਿਹਾ, ਮੈਨੂੰ ਆਦਮੀ ਚੁੱਕ ਕੇ ਲੈ ਗਿਆ ਸੀ। ਇਹ ਗੱਲ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਇਸ ਗੱਲ 'ਤੇ ਮੰਮੀ ਵੀਰੇ ਨੂੰ ਬਦਦੁਆ ਦੇਣ ਲੱਗੀ। ਨਾ ਜਾਣੇ ਉਹ ਕੁੜੀ ਨਾਲ ਕੀ ਕਰਦਾ ਤੇ ਜੇਕਰ ਸਾਡੀ ਧੀ ਨੂੰ ਕੁਝ ਹੋ ਜਾਂਦਾ ਤਾਂ ਅਸੀਂ ਕੀ ਕਰਦੇ? ਪਾਪਾ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਮੈਂ ਉਸ ਆਦਮੀ ਦੇ ਸਕੰਜੇ 'ਚੋਂ ਸਹੀ ਸਲਾਮਤ ਘਰ ਵਾਪਸ ਆ ਗਈ। ਉਸੇ ਵੇਲੇ ਵੀਰਾ ਸਾਡੇ ਕੋਲ ਆਇਆ ਤੇ ਹੱਥ ਜੋੜ ਕੇ ਸਾਡੇ ਸਾਰਿਆਂ ਕੋਲੋਂ ਮਾਫ਼ੀ ਮੰਗਣ ਲੱਗਾ। ਮੈਂ ਹੈਰਾਨੀ ਨਾਲ ਵੀਰੇ ਵੱਲ ਵੇਖ ਰਹੀ ਸੀ। ਫਿਰ ਵੀਰੇ ਨੇ ਆਪਣੀ ਕਹਾਣੀ ਖੁਦ ਹੀ ਸੁਣਾਉਣੀ ਸ਼ੁਰੂ ਕਰ ਦਿੱਤੀ। ਮੈਨੂੰ ਮਾਫ਼ ਕਰ ਦਿਓ, ਮੈਨੂੰ ਲੱਗਦਾ ਸੀ ਕਿ ਤੁਸੀਂ ਜਿਸ ਕੁੜੀ ਨਾਲ ਮੇਰੀ ਮੰਗਣੀ ਕੀਤੀ ਹੈ ਉਹ ਅਨਪੜ੍ਹ ਗਵਾਰ ਹੈ, ਪਰ ਇਵੇਂ ਦਾ ਨਹੀਂ ਸੀ। ਤੁਸੀਂ ਜੋ ਫੈਸਲਾ ਮੇਰੇ ਲਈ ਕੀਤਾ ਸੀ ਉਹ ਬਿਲਕੁਲ ਠੀਕ ਸੀ। ਦਰਅਸਲ ਗੱਲ ਇਹ ਸੀ ਕਿ ਇੱਕ ਦਿਨ ਮੈਂ ਬਾਹਰ ਬੈਠਾ ਚਾਹ ਪੀ ਰਿਹਾ ਸੀ ਤਾਂ ਇੱਕ ਔਰਤ ਕੁਝ ਸਮਾਨ ਵੇਚਦੀ ਹੋਈ ਮੇਰੇ ਕੋਲ ਆਈ। ਜਦੋਂ ਉਹ ਵਾਪਸ ਜਾਣ ਲੱਗੀ ਤਾਂ ਥੋੜ੍ਹੀ ਹੀ ਦੂਰ ਕੁਝ ਗੁੰਡਿਆਂ ਨੇ ਉਸ ਨੂੰ ਘੇਰ ਲਿਆ ਤੇ ਉਹ ਉਸ ਔਰਤ ਨੂੰ ਆਪਣੀ ਗੱਡੀ ਵਿੱਚ ਬਿਠਾਉਣ ਲੱਗੇ। ਮੈਂ ਉਸੇ ਟਾਈਮ ਉੱਥੇ ਜਾ ਕੇ ਉਸ ਔਰਤ ਨੂੰ ਬਚਾ ਲਿਆ, ਪਰ ਉਹ ਔਰਤ ਬਹੁਤ ਪਰੇਸ਼ਾਨ ਸੀ। ਮੈਂ ਉਸ ਔਰਤ ਨੂੰ ਪੁੱਛਿਆ ਕਿ ਤੂੰ ਇਸ ਟਾਈਮ ਇਕੱਲੀ ਕੀ ਕਰ ਰਹੀ ਆਂ? ਤਾਂ ਉਸਨੇ ਕਿਹਾ, ਸਾਹਿਬ ਮੈਂ ਬਹੁਤ ਮਜਬੂਰ ਹਾਂ। ਤਾਂ ਮੈਂ ਉਸ ਨੂੰ ਪੁੱਛਿਆ ਕਿ ਤੇਰੇ ਘਰ ਵਿੱਚ ਤੇਰਾ ਬਾਪ ਜਾਂ ਤੇਰਾ ਭਰਾ ਕੋਈ ਕਮਾਉਣ ਵਾਲਾ ਨਹੀਂ ਹੈ? ਉਹ ਔਰਤ ਬਹੁਤ ਹੀ ਖੂਬਸੂਰਤ ਸੀ ਤਾਂ ਉਹ ਕਹਿਣ ਲੱਗੀ ਕਿ ਮੈਂ ਇੱਕ ਵਿਧਵਾ ਹਾਂ, ਮੇਰਾ ਇਸ ਦੁਨੀਆ 'ਤੇ ਕੋਈ ਨਹੀਂ ਹੈ। ਤਾਂ ਮੈਂ ਉਸ ਨੂੰ ਕਿਹਾ ਕਿ ਤੂੰ ਵਿਆਹ ਕਿਉਂ ਨਹੀਂ ਕਰਵਾ ਲੈਂਦੀ? ਤਾਂ ਉਹ ਕਹਿਣ ਲੱਗੀ ਕਿ ਮੇਰੇ ਨਾਲ ਸਾਰੇ ਵਕਤ ਗੁਜ਼ਾਰਨਾ ਤਾਂ ਚਾਹੁੰਦੇ ਨੇ ਪਰ ਵਿਆਹ ਨਹੀਂ ਕਰਾਉਣਾ ਚਾਹੁੰਦੇ। ਮੈਂ ਕਿਹਾ ਕਿ ਤੂੰ ਕੋਸ਼ਿਸ਼ ਕਰਕੇ ਤਾਂ ਦੇਖ, ਸ਼ਾਇਦ ਕੋਈ ਨਾ ਕੋਈ ਤੇਰੇ ਨਾਲ ਵਿਆਹ ਜ਼ਰੂਰ ਕਰਵਾ ਲਵੇਗਾ। ਇਸ ਦੁਨੀਆ 'ਤੇ ਬਹੁਤ ਇਵੇਂ ਦੇ ਇਨਸਾਨ ਨੇ ਜੋ ਵਿਧਵਾ ਔਰਤਾਂ ਨਾਲ ਵਿਆਹ ਕਰਵਾ ਲੈਂਦੇ ਨੇ। ਉਸਨੇ ਕਿਹਾ ਕਿ ਸਾਰੇ ਗੱਲਾਂ ਹੀ ਕਰਦੇ ਨੇ ਪਰ ਵਿਆਹ ਕੌਣ ਕਰਵਾਉਂਦਾ ਹੈ? ਉਸਨੇ ਮੈਨੂੰ ਇੰਨਾ ਜਜ਼ਬਾਤੀ ਕਰ ਲਿਆ ਕਿ ਮੈਂ ਸੋਚਿਆ ਕਿ ਮੈਂ ਹੀ ਇਸ ਨਾਲ ਵਿਆਹ ਕਰਵਾ ਲੈਂਦਾ ਹਾਂ। ਇਸ ਲਈ ਮੈਂ ਉਸ ਨਾਲ ਵਿਆਹ ਕਰਵਾ ਲਿਆ। ਇਸੇ ਕਾਰਨ ਕਰਕੇ ਮੈਂ ਆਪਣੀ ਮੰਗੇਤਰ ਨਾਲ ਰਿਸ਼ਤਾ ਤੋੜਨਾ ਚਾਹੁੰਦਾ ਸੀ। ਮੈਂ ਉਸ ਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦਾ ਸੀ, ਪਰ ਮੇਰੇ ਨਾਲ ਹੀ ਬਹੁਤ ਵੱਡਾ ਧੋਖਾ ਹੋ ਗਿਆ। ਮੈਨੂੰ ਪੂਰੀ ਉਮੀਦ ਹੈ ਕਿ ਮੇਰੀ ਗੱਲ ਸੁਣਨ ਤੋਂ ਬਾਅਦ ਤੁਸੀਂ ਮੈਨੂੰ ਜ਼ਰੂਰ ਮਾਫ਼ ਕਰ ਦੇਵੋਗੇ। ਹੋਇਆ ਇਵੇਂ ਕਿ ਉਸ ਔਰਤ ਨੂੰ ਵਿਆਹ ਕੇ ਘਰ ਲਿਆਇਆ। ਮੈਂ ਸੋਚਿਆ ਕਿ ਮੈਂ ਵਿਆਹ ਤੋਂ ਬਾਅਦ ਸਾਰੀ ਸੱਚਾਈ ਤੁਹਾਨੂੰ ਦੱਸ ਦੇਵਾਂਗਾ, ਪਰ ਫਿਰ ਮੈਨੂੰ ਪਤਾ ਲੱਗਾ ਕਿ ਉਹ ਬਹੁਤ ਵੱਡੇ ਫਰਾਡ ਸੀ।
ਜਿਸ ਔਰਤ ਨੂੰ ਮੈਂ ਵਿਆਹ ਕੇ ਲੈ ਕੇ ਆਇਆ ਸੀ ਉਹ ਇਕੱਲੀ ਨਹੀਂ ਸੀ, ਬਲਕਿ ਉਸਦੇ ਨਾਲ ਇੱਕ ਪੂਰਾ ਗੈਂਗ ਮਿਲਿਆ ਹੋਇਆ ਸੀ। ਉਹ ਔਰਤ ਇਸੇ ਤਰ੍ਹਾਂ ਲੋਕਾਂ ਨਾਲ ਵਿਆਹ ਕਰਦੀ ਤੇ ਫਿਰ ਉਹਨਾਂ ਨੂੰ ਲੁੱਟ ਕੇ ਚਲੀ ਜਾਂਦੀ। ਮੈਂ ਸਮਝ ਗਿਆ ਸੀ ਜਦੋਂ ਉਸਨੇ ਰਾਤ ਨੂੰ ਮੈਨੂੰ ਕਿਹਾ ਕਿ ਮੈਂ ਖਾਣਾ ਖਾਣ ਬਾਹਰ ਜਾਣਾ ਚਾਹੁੰਦੀ ਹਾਂ। ਉਸ ਦਾ ਮਕਸਦ ਇਹ ਸੀ ਕਿ ਘਰ ਦਾ ਦਰਵਾਜ਼ਾ ਖੁੱਲ੍ਹਾ ਛੱਡ ਕੇ ਚਲੇ ਜਾਵਾਂਗੇ ਤੇ ਪਿੱਛੋਂ ਉਸ ਦਾ ਭਰਾ ਚੋਰੀ ਕਰਕੇ ਲੈ ਜਾਵੇਗਾ। ਪਰ ਉਸਦੇ ਭਰਾ ਨੂੰ ਇਹ ਮੌਕਾ ਨਹੀਂ ਮਿਲਿਆ ਤੇ ਉਹ ਮੇਰੀ ਭੈਣ ਨੂੰ ਅਗਵਾ ਕਰਕੇ ਲੈ ਗਿਆ। ਉਸੇ ਟਾਈਮ ਮੈਨੂੰ ਪਤਾ ਚੱਲ ਗਿਆ ਸੀ ਕਿ ਇਹ ਧੋਖੇਬਾਜ਼ ਹੈ। ਇਸੇ ਲਈ ਮੈਂ ਪੁਲਿਸ ਨੂੰ ਪਹਿਲਾਂ ਹੀ ਇਤਲਾਹ ਕਰ ਦਿੱਤੀ ਸੀ ਤੇ ਹੁਣ ਪੁਲਿਸ ਉਹਨਾਂ ਦੋਵਾਂ ਨੂੰ ਫੜ ਕੇ ਲੈ ਗਈ ਹੈ। ਪਾਪਾ, ਹੁਣ ਤੁਸੀਂ ਮੈਨੂੰ ਮਾफ़ ਕਰ ਦੇਵੋ। ਮੈਨੂੰ ਤੇ ਲੱਗਿਆ ਸੀ ਉਹ ਔਰਤ ਸੱਚਮੁੱਚ ਹੀ ਮਜਬੂਰ ਸੀ। ਮੈਂ ਨੇਕੀ ਦੇ ਤੌਰ 'ਤੇ ਉਸ ਨਾਲ ਵਿਆਹ ਕੀਤਾ ਸੀ, ਪਰ ਉਹ ਮੇਰੇ ਘਰ ਨੂੰ ਹੀ ਪਹਿਲਾਂ ਹੀ ਵੇਖ ਚੁੱਕੀ ਸੀ। ਉਸ ਸਮੇਂ ਜਾਣਬੁੱਝ ਕੇ ਮੇਰੇ ਸਾਹਮਣੇ ਇਹ ਨਾਟਕ ਕੀਤਾ ਸੀ। ਇਹ ਗੱਲ ਸੁਣ ਕੇ ਪਾਪਾ ਸਿਰ ਫੜ ਕੇ ਬੈਠ ਗਏ ਤੇ ਕਹਿਣ ਲੱਗੇ ਕਿ ਬੇਟਾ, ਹੁਣ ਤੂੰ ਉਸ ਨਾਲ ਵਿਆਹ ਕਰ ਲਿਆ ਹੈ, ਹੁਣ ਤੂੰ ਦੱਸ ਕੀ ਕਰੇਂਗਾ। ਇਹ ਗੱਲ ਸੁਣ ਕੇ ਵੀਰਾ ਸੋਚ ਵਿੱਚ ਪੈ ਗਿਆ ਤੇ ਕਹਿਣ ਲੱਗਾ, ਪਾਪਾ ਤੁਹਾਨੂੰ ਕੀ ਲੱਗਦਾ ਹੈ ਕਿ ਉਸਨੇ ਸਿਰਫ ਮੇਰੇ ਨਾਲ ਹੀ ਵਿਆਹ ਕੀਤਾ ਹੋਵੇਗਾ? ਉਸਨੇ ਪਹਿਲਾਂ ਵੀ 6-7 ਵਿਆਹ ਕਰ ਲਏ ਨੇ। ਧੋਖੇ ਨਾਲ ਕੀਤਾ ਵਿਆਹ ਮਨਜ਼ੂਰ ਨਹੀਂ ਹੁੰਦਾ। ਇਹ ਗੱਲ ਪੁਲਿਸ ਮੈਨੂੰ ਪਹਿਲਾਂ ਹੀ ਦੱਸ ਚੁੱਕੀ ਹੈ। ਤੁਸੀਂ ਫਿਕਰ ਨਾ ਕਰੋ ਤੇ ਹੁਣ ਮੈਂ ਆਪਣੇ ਘਰ ਦੇ ਬਾਹਰ ਇੱਕ ਚੌਕੀਦਾਰ ਰੱਖਾਂਗਾ, ਕਿਉਂਕਿ ਹੁਣ ਸਾਡੇ ਘਰ ਨੂੰ ਖਤਰਾ ਹੈ। ਇਹ ਗੱਲ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ, ਕਿਉਂਕਿ ਹੁਣ ਮੇਰਾ ਘਰੋਂ ਨਿਕਲਣਾ ਤਾਂ ਬਿਲਕੁਲ ਹੀ ਬੰਦ ਹੋ ਜਾਣਾ ਸੀ। ਵੀਰੇ ਦੀ ਇੱਕ ਗਲਤੀ ਦੀ ਸਜ਼ਾ ਸਾਨੂੰ ਸਾਰਿਆਂ ਨੂੰ ਭੁਗਤਣੀ ਪਈ, ਪਰ ਪਰਮਾਤਮਾ ਦਾ ਇੰਨਾ ਸ਼ੁਕਰ ਸੀ ਕਿ ਮੇਰੇ ਮੰਗੇਤਰ ਤੇ ਵੀਰੇ ਦੀ ਮੰਗੇਤਰ ਨੂੰ ਇਸ ਗੱਲ ਦੀ ਭਿਣਕ ਨਹੀਂ ਪਈ ਤੇ ਅਸੀਂ ਦੋਵੇਂ ਖਾਨਦਾਨ ਫਿਰ ਇੱਕ ਦੂਸਰੇ ਨਾਲ ਮਿਲ ਗਏ ਸੀ। ਮੈਂ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਕਰਦੀ ਹਾਂ ਕਿ ਉਸਨੇ ਸਾਨੂੰ ਇੰਨੀ ਵੱਡੀ ਮੁਸੀਬਤ ਵਿੱਚੋਂ ਬਚਾ ਲਿਆ ਸੀ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ।